ਕਰਤੇ ਨੇ ਜਦੋਂ ਇਸ ਜਗਤ ਦੀ ਰਚਨਾ ਕੀਤੀ ਤੇ ਇਹ ਰਚਨਾ ਕਰਨ ਦੇ ਵਿੱਚ ਉਹਨੂੰ ਕੋਈ ਖਾਸੀ ਮਸ਼ੱਕਤ ਨਹੀਂ ਕਰਨੀ ਪਈ, ਬਲਕਿ ਉਹਦੇ ਫੁਰਨੇ ਮਾਤਰ ਤੋਂ ਹੀ ਇਹ ਜਗਤ ਸਿਰਜਿਆ ਗਿਆ ਹੈ। ਜਿਤਨਾ ਇਹ ਸਾਰਾ ਜਗਤ ਭਾਵੇਂ ਸਾਨੂੰ ਜਿੱਥੋਂ ਤੱਕ ਅੱਖਾਂ ਨਾਲ ਦਿਸਦਾ ਹੈ, ਜਾਂ ਮਨੁੱਖ ਨੇ ਜਿੱਥੋਂ ਤੱਕ ਅੱਜ ਜਗਤ ਦੀ ਖੋਜ ਕਰ ਲਈ ਹੈ, ਉੱਥੋਂ ਤੱਕ ਦੀ ਰਚਨਾ ਦਾ ਵੀ ਅੰਤ ਮਨੁੱਖ ਅੱਜ ਤੱਕ ਨਹੀਂ ਪਾ ਸਕਿਆ, ਕਿਉਂਕਿ ਇਸ ਸ੍ਰਿਸ਼ਟੀ ਦੇ ਵਿੱਚ ਇਤਨੇ ਉਸ ਪਰਮਾਤਮਾ ਦੇ ਰਚੇ ਹੋਏ ਕੌਤਕ ਹਨ, ਤਮਾਸ਼ੇ ਹਨ ਕਿ ਜਿਨ੍ਹਾਂ ਨੂੰ ਵੇਖ ਵੇਖ ਕੇ ਸਮਝ ਕੇ ਮਨੁੱਖ ਇੱਕ ਤੇ ਹੈਰਾਨ ਹੁੰਦਾ ਹੈ, ਔਰ ਦੂਸਰਾ ਉਹਦੀ ਬੁੱਧੀ ਫਿਰ ਹੋਰ ਨਵੇਂ ਤੋਂ ਨਵੇਂ ਕੌਤਕਾਂ ਨੂੰ ਤਮਾਸ਼ਿਆਂ ਨੂੰ ਵੇਖਣ ਵਾਸਤੇ ਤਤਪਰ ਹੁੰਦੀ ਹੈ। ਇਤਨੀ ਬੇਅੰਤ ਜਗਤ ਰਚਨਾ ਦਾ ਉਹ ਮਾਲਕ ਕੈਸਾ ਹੈ, ਉਹਨੂੰ ਵੀ ਬੇਅੰਤ ਹੀ ਕਿਹਾ ਗਿਆ ਹੈ। ਸਤਿਗੁਰੂ ਜੀ ਦੇ ਬਚਨ ਹਨ, ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ, ਕਿ ਹੇ ਪ੍ਰਮਾਤਮਾ ਤੇਰੀ ਰਚਨਾ ਦਾ ਔਰ ਤੇਰਾ ਕਦੀ ਅੰਤ ਪਾਇਆ ਹੀ ਨਹੀਂ ਜਾ ਸਕਦਾ। ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ, ਤੇਰਾ ਅੰਤ ਜਾਣਿਆ ਹੀ ਨਹੀਂ ਜਾ ਸਕਦਾ। ਜੇ ਕੋਈ ਮਨੁੱਖ ਕੇਵਲ ਆਪਣੀ ਬੌਧਿਕ ਸਮਰੱਥਾ ਦੇ ਨਾਲ ਤੇਰੀ ਇਸ ਰਚਨਾ ਨੂੰ ਖੋਜਣ ਦਾ ਪ੍ਰਯਾਸ ਆਰੰਭ ਵੀ ਦੇਵੇ, ਤੇ ਫਿਰ ਵੀ ਹੇ ਪ੍ਰਭੂ ਉਹਦੀ ਬੁੱਧੀ ਦੀ ਸਮਰੱਥਾ ਕਿਸੇ ਨਾ ਕਿਸੇ ਥਾਂ ਤੇ ਆ ਕੇ ਰੁਕ ਜਾਵੇਗੀ, ਅਸਮਰੱਥ ਹੋ ਜਾਵੇਗੀ, ਔਰ ਉਹ ਇਹ ਗੱਲ ਆਖ ਦੇਵੇਗਾ, ਬੇਅੰਤਾ ਬੇਅੰਤ ਗੁਣ ਤੇਰੇ। ਇਸ ਕਰਕੇ ਉਸ ਬੇਅੰਤ ਪਰਮਾਤਮਾ ਨੂੰ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਕਈ ਨਾਵਾਂ ਦੇ ਨਾਲ ਸੰਬੋਧਨ ਵੀ ਕੀਤਾ ਹੈ। ਅੱਜ ਦਾ ਜੋ ਪ੍ਰਸੰਗ ਅਸੀਂ ਸ਼ੁਰੂ ਕਰ ਰਹੇ ਹਾਂ ਗੁਰੂ ਰਾਮਦਾਸ ਸਾਹਿਬ ਜੀ ਦਾ, ਇਹਦਾ ਨਾਮ ਹੀ ਸੋ ਪੁਰਖ ਹੈ। ਸੋ ਪੁਰਖ, ਪੁਰਖ ਦਾ ਅਰਥ ਹੁੰਦਾ ਹੈ ਜੋ ਹਰ ਸਰੀਰ ਦੇ ਵਿੱਚ ਵਸਿਆ ਹੋਇਆ ਹੈ। ਇਹਦੇ ਇਹ ਅਰਥ ਕੀਤੇ ਜਾਂਦੇ ਨੇ। ਰਿਗਵੇਦ ਅਗਰ ਆਪ ਪੜ੍ਹੋਗੇ ਤੇ ਰਿਗਵੇਦ ਵਿੱਚ ਜਗਤ ਦੀ ਰਚਨਾ ਕਰਨ ਵਾਲੇ ਈਸ਼ਵਰ ਨੂੰ ਹੀ ਪੁਰਖ ਕਿਹਾ ਗਿਆ ਹੈ। ਹਾਲਾਂਕਿ ਉੱਥੇ ਮੈਂ ਪੜ੍ਹਿਆ ਹੈ ਤੇ ਉਹਦਾ ਜੋ ਵਰਣਨ ਕੀਤਾ ਗਿਆ ਹੈ, 1000 ਮੂੰਹ, 1000 ਹੱਥ, 1000 ਪੈਰ, ਇਸ ਤਰੀਕੇ ਦਾ ਵਰਣਨ ਕੀਤਾ ਗਿਆ ਹੈ। ਪਰ ਜਦੋਂ ਅਸੀਂ ਗੁਰਮਤ ਦੀ ਗੱਲ ਕਰਦੇ ਹਾਂ, ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਉਸ ਰੱਬ ਦਾ, ਉਸ ਕਰਤਾਰ ਦਾ ਵਰਣਨ ਕੀਤਾ ਤੇ ਸਤਿਗੁਰੂ ਜੀ ਨੇ ਉਸ ਨੂੰ ਨਿਰਾਕਾਰ ਆਖਿਆ ਹੈ। ਨਿਰਾਕਾਰ, ਇਸੀ ਕਰਕੇ ਬਾਣੀ 'ਚ ਉਹਦਾ ਇੱਕ ਨਾਮ ਨਿਰੰਕਾਰ ਵੀ ਹੈ। ਨਿਰੰਕਾਰ, ਜਿਹਦਾ ਕੋਈ ਆਕਾਰ ਨਾ ਹੋਵੇ। ਗੁਰੂ ਕਲਗੀਧਰ ਪਾਤਸ਼ਾਹ ਦੇ ਬੋਲ ਆਪ ਸਾਰਿਆਂ ਨੂੰ ਕੰਠ ਹਨ, ਚੱਕਰ ਚਿਹਨ ਅਰ ਬਰਨ, ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ, ਭੇਖ ਕਉ ਕਹਿ ਨ ਸਕਤ ਕਹੇ, ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤ ਤੋਜ ਕਹੀਜੈ,
कोट इंद्र इंद्राण शाह शाहान गणिजै। है कैसा त्रिभुवन महीप। महीप किनू कहंदे हैं जी? राजे नू। है वो तिन्ना भवनां दा महीप, तिन्ना भवनां दा राजा है, नायक है। सुर नर असुर तिन्ने प्रकार दे जिहड़े जीव हन, देवते सुर, असी मनुख नर और दैंत असुर। नेत नेत बन तृण कहत, सारे ਉਹਨੂੰ ਬੇਅੰਤ ਆਖੀ ਜਾ ਰਹੇ ਹਨ। ਨਾ ਇਤੀ ਤੂੰ ਉਹ ਨਹੀਂ ਜੋ ਲੱਗਦਾ ਪਿਆ ਹੈ, ਤੂੰ ਉਹ ਨਹੀਂ ਜੋ ਤੈਨੂੰ ਅਸੀਂ ਸਮਝ ਕੇ ਬੈਠੇ ਹਾਂ, ਜੋ ਤੇਰਾ ਜ਼ਿਕਰ ਕਰ ਰਹੇ ਹਾਂ, ਤੂੰ ਕੁਝ ਹੋਰ ਹੈ। ਤਵ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ। ਤੇ ਅੱਗੇ ਫਿਰ ਉਹਨਾਂ ਨਾਮਾਂ ਦਾ ਜ਼ਿਕਰ ਹੈ। नमस्तुंग काले नमस्तुंग कृपाले, अगे नामा का जिक्र है। तो इस करके बेनती करा, वो जिहड़ा पुरख है जिन्हों सो पुरख कहा जा रहा है, उहदा रूप, उहदा अस्तित्व, उहदी बेअंतता इस रूप च गुरु ग्रंथ साहिब च आई है कि जे रूप समझोगे उहदा कोई रूप नहीं। अस्तित्व उहदा सर्व व्यापक है, ते बेअंतता विच यह कहना पवेगा कि उहदा अंत ही नहीं पाया जा सकता। तो उस पुरख की कहानी, उस पुरख की कथा, उस पुरख का वर्णन इन्हां 5 पदियां च गुरु पातशाह जी ने, गुरु रामदास साहिब जी ने किया है। पुरख का एक अर्थ जो संस्कृत के ग्रंथां दे विच लिखिया सानू मिलता है, इनू महापुरख बड़ा सरल रूप दे देंदे हन। पुर वसंती सा पुरखा, जो हर पुर दे विच बैठा होया है, जो हर थां ते व्यापक है, हर थां ते मौजूद है। वो तुहाडे विच भी है, मेरे विच भी है, सारियां दे विच है। कोई रचना ऐसी नहीं, कोई जीव ऐसा नहीं, कोई कृत ऐसी नहीं जिदे विच ओ पुरख, ओ करता, ओ कादर ना होवे। इनू कहंदे घट घट में हर जू बसै। हर घट विच है, घट घड़ा, घट शरीर। हर शरीर दे विच वो व्यापक है, वो प्रेजेंट है, वो लेटिया होया है, वो वसदा पिया है। तो सो पुरख दे सरल अर्थ, क्योंकि बहुत लंबा विस्तार नहीं इस रचना का असी अज करना, क्योंकि बहुत सारे आप ਸਰੋਤਿਆਂ ਨੂੰ अर्थ पता भी हैं। इते जो फुरना सतगुरु जी ने बख्शिश किया कि यह विचार गुरु रामदास साहिब जी का पहला बोल जो गुरु ग्रंथ साहिब विच आया है, वह सो पुरख ही है। इतनी बेनती उस सो पुरख के बारे समझ लेना कि यह उस अकाल पुरख नूं किया जा रहा है। वह पुरुष, वो सर्व व्यापक परमात्मा, वो सर्व व्यापक प्रभु जो सारियां दे विच बैठा होया है, सारियां दे विच जिदा निवास है। कदी पूछना गुरु तेग बहादुर साहब जी नूं सतगुरु आखणगे काहे रे बन खोजन जाई सर्ब निवासी सदा अलेपा तो ही संग समाई। वो सर्ब निवासी है, ओमनी प्रेजेंट है, घट घट विच बैठन वाला, सदा अलेपा पर है फिर भी निर्लेप। साडे अंदर है पर साडे अंदर बैठा होया भी वो निर्लेप है।
ਤੋਹੀ ਸੰਗ ਸਮਾਈ। ਜਿਗਿਆਸੂ ਨੇ ਪੁੱਛ ਲਿਆ, ਪਾਤਸ਼ਾਹ ਜੇ ਮੇਰੇ ਵਿੱਚ ਬੈਠਾ ਹੈ ਮੈਨੂੰ ਨਜ਼ਰ ਕਿਉਂ ਨਹੀਂ ਆਉਂਦਾ? ਸਤਿਗੁਰੂ ਕਹਿੰਦੇ ਤੂੰ ਫੁੱਲ ਵੇਖਿਆ? ਜਿਗਿਆਸੂ ਨੇ ਕਿਹਾ ਵੇਖਿਆ। ਖੁਸ਼ਬੂ ਵੇਖੀ? ਜਿਗਿਆਸੂ ਕਹਿੰਦਾ ਨਹੀਂ ਵੇਖੀ ਨਹੀਂ ਜਾ ਸਕਦੀ। ਫੁੱਲ ਵੇਖਿਆ ਜਾ ਸਕਦਾ ਹੈ, ਖੁਸ਼ਬੂ ਕਿਉਂ ਨਹੀਂ ਵੇਖੀ ਜਾ ਸਕਦੀ? ਆਖਣ ਲੱਗਾ ਪਾਤਸ਼ਾਹ ਫੁੱਲ ਵੇਖਣ ਦਾ ਵਿਸ਼ਾ ਹੈ, ਨੇਤਰ ਉਹਨੂੰ ਦੇਖ ਸਕਦੇ ਹਨ, ਪਰ ਖੁਸ਼ਬੂ ਵੇਖਣ ਦਾ ਵਿਸ਼ਾ ਨਹੀਂ, ਉਹ ਤੇ ਮਹਿਸੂਸ ਕਰਨ ਦਾ ਵਿਸ਼ਾ ਹੈ। ਉਹਦੇ ਲਈ ਜਿਹੜੀ ਇੰਦਰੀ ਰੱਬ ਨੇ ਦਿੱਤੀ ਹੈ ਉਹ ਇੰਦਰੀ ਵੱਖ ਹੈ, ਉਹਨੂੰ ਨਾਸਿਕਾ ਕਿਹਾ ਗਿਆ ਹੈ, ਨੱਕ ਕਿਹਾ ਗਿਆ ਹੈ। ਪਰ ਜਿਹੜੀ ਇੰਦਰੀ ਦਿੱਤੀ ਹੈ ਵੇਖਣ ਵਾਸਤੇ ਉਹਨੂੰ ਨੇਤਰ ਕਿਹਾ ਗਿਆ ਹੈ। ਦੇਖਣਾ, ਨੇਤਰ ਔਰ ਨਾਸਿਕਾ ਇਹ ਦੋ ਵੱਖ ਇੰਦਰੀਆਂ ਹਨ ਸਾਡੀਆਂ, ਔਰ ਦੋਨਾਂ ਦੇ ਕੰਮ ਵੱਖ ਹਨ। ਬੰਦਾ ਅੱਖ ਨਾਲ ਵੇਖ ਸਕਦਾ ਹੈ, ਅੱਖ ਨਾਲ ਸੁਣ ਨਹੀਂ ਸਕਦਾ। ਨੱਕ ਨਾਲ ਸੁੰਘ ਸਕਦਾ ਹੈ, ਨੱਕ ਨਾਲ ਬੋਲ ਨਹੀਂ ਸਕਦਾ, ਨੱਕ ਨਾਲ ਵੇਖ ਨਹੀਂ ਸਕਦਾ। ਹਰ ਇੰਦਰੀ ਦਾ ਕਰਮ, ਕਰਤੱਵ ਔਰ ਤਾਕਤ ਔਰ ਪ੍ਰਯੋਜਨ ਬਿਲਕੁਲ ਵੱਖਰਾ ਵੱਖਰਾ ਹੈ। ਸਤਿਗੁਰੂ ਆਖਦੇ, ਕਹਿੰਦੇ ਤੂੰ ਫੁੱਲ ਵੇਖਿਆ? ਜਿਗਿਆਸੂ ਨੇ ਕਿਹਾ ਪਾਤਸ਼ਾਹ ਮੈਂ ਸੈਂਕੜੇ ਵਾਰ ਵੇਖਿਆ। ਤੂੰ ਖੁਸ਼ਬੂ ਵੇਖੀ? ਇੱਥੇ ਚੁੱਪ ਹੋ ਗਿਆ। ਕਹਿਣ ਲੱਗਾ ਪਾਤਸ਼ਾਹ ਖੁਸ਼ਬੂ ਵੇਖੀ ਨਹੀਂ ਜਾ ਸਕਦੀ, ਉਹਨੂੰ ਮਹਿਸੂਸ ਕਰਨਾ ਪੈਂਦਾ ਹੈ, ਉਹਦੇ ਲਈ ਇੰਦਰੀ ਹੀ ਵੱਖ ਹੈ। ਉਹ ਸੁੰਘੀ ਜਾ ਸਕਦੀ ਹੈ, ਉਹਦੀ ਮਹਿਕ ਲਈ ਜਾ ਸਕਦੀ ਹੈ। ਪਾਤਸ਼ਾਹ ਕਹਿੰਦੇ ਬਸ ਇਸੇ ਤਰ੍ਹਾਂ ਅਗਰ ਰੱਬ ਦੇ ਦਰਸ਼ਨ ਕਰਨੇ ਹਨ ਨਾ, 10ਵੇਂ ਦੁਆਰ ਕੁੰਚੀ ਜਬ ਦੀਜੈ ਤੋ ਦਇਆਲ ਕੋ ਦਰਸ਼ਨ ਕੀਜੈ। ਰੱਬ ਦਾ ਜਿਹੜਾ ਦਰਸ਼ਨ ਹੈ ਉਹ ਇਹਨਾਂ 9 ਦੁਆਰਿਆਂ ਵਿੱਚ ਤੈਨੂੰ ਕਦੀ ਹੋ ਹੀ ਨਹੀਂ ਪਾਵੇਗਾ। ਉਹਦੇ ਲਈ ਇਹਨਾਂ 9 ਦੁਆਰਿਆਂ ਤੋਂ ਤੈਨੂੰ ਉੱਪਰ ਉੱਠਣਾ ਪਵੇਗਾ। ਪਰ ਕਿਮਾ ਕਰਿਓ, ਸਾਡੀ ਸੁਰਤ, ਸਾਡਾ ਧਿਆਨ, ਸਾਡੀ ਲਗਨ, ਸਾਡੀ ਲਿਵ ਕੇਵਲ ਇਹਨਾਂ 9 ਦੁਆਰਿਆਂ ਦੇ ਵਿੱਚ ਹੀ ਉਲਝੀ ਰਹਿੰਦੀ ਹੈ। ਕਿਸੇ ਨਾ ਕਿਸੇ ਦੁਆਰ ਰਾਹੀਂ ਇਹ ਧਿਆਨ ਬਾਹਰ ਚਲਾ ਜਾਂਦਾ ਹੈ। 9 ਦੁਆਰੇ ਪ੍ਰਗਟ ਹਨ। 10ਵਾਂ ਗੁਪਤ ਰਖਾਇਆ। ਪੜ੍ਹਦੇ ਹੋ ਨਾ ਜੀ, ਹਰ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਇਹ ਗੁਫਾ ਕੀ ਹੈ ਇਸ ਸਰੀਰ ਨੂੰ? ਤੇ ਰੱਬ ਨੇ ਹਰ ਜਿਉ ਇਕੱਠਾ ਨਹੀਂ, ਆਪਨੇ ਸੰਥਿਆ ਲਈ ਹੋਈ ਹੈ। ਹਰੀ ਨੇ ਕਰਤਾ ਕਾਰਕ ਜਿਉ ਗੁਫਾ ਅੰਦਰ ਰੱਖ ਕੇ ਜੀਵ ਨੂੰ ਇਸ ਸਰੀਰ ਵਿੱਚ ਰੱਖਿਆ ਹੈ। ਸਾਡੇ ਸਾਰਿਆਂ ਦੇ ਅੰਦਰ ਜੀਵ ਬੈਠਾ ਹੈ, ਉਹੀ ਅਸੀਂ ਅਸਲ ਵਿੱਚ ਹਾਂ। ਸਾਡੀ ਅਸਲ ਸ਼ਨਾਖਤ ਹੀ ਉਹ ਹੈ, ਸਰੀਰ ਥੋੜੀ ਹੈ ਸਾਡੀ ਸ਼ਨਾਖਤ। ਤੇ ਵਾਜਾ ਪਵਨ ਵਜਾਇਆ, ਰੱਬ ਨੇ ਸਵਾਸਾਂ ਦਾ ਵਾਜਾ ਵਜਾ ਦਿੱਤਾ। ਵਜਾਇਆ ਵਾਜਾ ਪਾਉਣ 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। 9 ਦਰਵਾਜ਼ੇ ਤੇ ਪ੍ਰਗਟ ਹੋ ਗਏ। ਕਿਹੜੇ ਹਨ ਇਹ 9 ਦਰਵਾਜ਼ੇ? ਸਾਡੀਆਂ ਅੱਖਾਂ ਹਨ, ਸਾਡੀਆਂ ਨਾਸਿਕਾਵਾਂ ਹਨ, ਸਾਡੇ ਕੰਨ ਹਨ। ਇਹ 2-2 ਦਰਵਾਜ਼ੇ ਹਨ। 2 ਅੱਖਾਂ, 2 ਨਾਸਿਕਾਵਾਂ, 2 ਕੰਨ, 6 ਦਰਵਾਜ਼ੇ ਇਹ ਹੋ ਗਏ। 1 ਮੂੰਹ, 7, 1 ਲਿੰਗ ਤੇ 1 ਗੁਦਾ, ਇਹ ਕੁੱਲ 9 ਦਰਵਾਜ਼ੇ ਹਨ ਸਾਡੇ। ਇਹ ਪ੍ਰਗਟ ਹਨ। ਇਹਨਾਂ 9 ਦਰਵਾਜ਼ਿਆਂ ਰਾਹੀਂ ਸਾਡਾ ਧਿਆਨ ਬਾਹਰ ਜਾਂਦਾ ਵੀ ਹੈ ਤੇ ਬਾਹਰੋਂ ਸਭ ਕੁਝ ਸਾਡੇ ਧਿਆਨ ਵਿੱਚ ਆਉਂਦਾ ਵੀ ਹੈ। ਪਰ ਇਹਨਾਂ 9 ਦਰਵਾਜ਼ਿਆਂ ਰਾਹੀਂ ਕਦੀ ਵੀ ਅਸੀਂ ਰੱਬ ਦੇ ਦੇਸ਼ ਤੱਕ ਨਹੀਂ ਪਹੁੰਚ ਪਾਵਾਂਗੇ। ਇਹਨਾਂ 9 ਦਰਵਾਜ਼ਿਆਂ ਰਾਹੀਂ ਅਸੀਂ ਸੰਸਾਰ ਦੇ ਸਾਰੇ ਗਿਆਨ ਨੂੰ ਹਾਸਲ ਭਾਵੇਂ ਕਰ ਲਵਾਂਗੇ, ਪਰ ਨਿਰੰਕਾਰ ਦਾ ਬੋਧ ਇਹਨਾਂ 9 ਦਰਵਾਜ਼ਿਆਂ ਤੋਂ ਉੱਪਰ ਹੁੰਦਾ ਹੈ। ਉਹ ਹੈ ਜੀ 10ਵਾਂ ਗੁਪਤ ਰਖਾਇਆ। ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ 10 ਦੁਆਰਾ। ਉੱਥੇ ਵੀ ਸੰਕੇਤ ਹੈ ਬੜਾ ਸਪਸ਼ਟ। ਤੇ 10ਵਾਂ ਦੁਆਰ ਖੋਲਣਾ ਪੈਂਦਾ ਹੈ। ਉਹ ਖੁੱਲਦਾ ਹੈ 100 ਦਰ ਤੇ ਆ ਕੇ ਜਾਂ ਗੁਰੂ ਦੇ ਦਰ ਤੇ ਆ ਕੇ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਜਦੋਂ ਗੁਰੂ ਦੇ ਦਰ ਤੇ ਕੋਈ ਆਏਗਾ ਤੇ ਗੁਰੂ ਦੇ ਦਰ ਤੇ ਆ ਕੇ ਉਹ ਜਦੋਂ ਇੱਥੇ ਜੁੜੇਗਾ, ਇੱਥੇ ਸਿਮਰਨ ਕਰਨਾ ਸਿੱਖੇਗਾ, ਇੱਥੇ ਉਹਨੂੰ ਭਜਨ ਦੀ ਦਾਤ ਮਿਲੇਗੀ ਤੇ ਭਜਨ ਕਰ ਕਰਕੇ ਇੰਜ ਸਮਝ ਲੈਣਾ ਗੁਰੂ ਕੋਲੋਂ ਉਹ ਕੁੰਜੀ, ਉਹ ਚਾਬੀ ਮਿਲ ਜਾਵੇਗੀ, ਜਿਸ ਚਾਬੀ ਨਾਲ 10ਮ ਦੁਆਰ ਦਾ
ਤਾਲਾ ਖੁੱਲ ਸਕਦਾ ਹੈ। 10ਵੇਂ द्वार कुंची जब दीजै तो दयाल को दर्शन कीजै। ਜਦੋਂ ਤੂੰ ਉੱਥੇ ਕੁੰਜੀ ਲਾ ਦੇਵੇਂਗਾ, ਉੱਥੇ ਜਦੋਂ ਤੂੰ ਚਾਬੀ ਲਾਏਂਗਾ, ਚਾਬੀ ਦੇ ਨਾਲ ਜਦੋਂ ਉਹ ਦਰਵਾਜ਼ਾ ਖੁੱਲ ਗਿਆ ਤੇ ਬਾਣੀ ਨੇ ਸਾਫ਼ ਆਖ ਦਿੱਤਾ, ਤਾਂ ਤੈਨੂੰ ਉਸ ਸੋ ਪੁਰਖ ਦੇ ਦਰਸ਼ਨ ਖੁੱਲੇ ਹੋਣ ਲੱਗ ਪੈਣਗੇ। ਪਰ ਯਾਦ ਰੱਖੀ, ਉਹ ਦਰਸ਼ਨ ਇਹਨਾਂ ਅੱਖਾਂ ਦਾ ਵਿਸ਼ਾ ਨਹੀਂ ਹਨ। ਜਿਵੇਂ ਇਹਨਾਂ ਅੱਖਾਂ ਨਾਲ ਫੁੱਲ ਨੂੰ ਵੇਖਿਆ ਤੇ ਜਾ ਸਕਦਾ ਹੈ, ਪਰ ਉਹਦੀ ਖੁਸ਼ਬੂ ਨੂੰ ਨਹੀਂ ਵੇਖਿਆ ਜਾ ਸਕਦਾ। ਇੱਥੋਂ ਗੱਲ ਸ਼ੁਰੂ ਹੋਈ ਸੀ ਨਾ ਕਿ ਜੋ ਸਾਰਿਆਂ ਵਿੱਚ ਹੈ ਤੇ ਮੈਨੂੰ ਦਿਸਦਾ ਕਿਉਂ ਨਹੀਂ ਜੇ ਮੇਰੇ ਅੰਦਰ ਹੈ। ਸਤਿਗੁਰੂ ਕਹਿੰਦੇ ਪੁਹਪ ਮਦ ਜਿਉਂ ਬਾਸ ਬਸਤ ਹੈ। ਪੁਸ਼ਪ ਤੋਂ ਆਇਆ ਹੈ ਜੀ ਪੁਹਪ, ਪ੍ਰਾਕ੍ਰਿਤ ਰੂਪ। ਅਸਲ ਸ਼ਬਦ ਪੁਸ਼ਪ ਹੈ। ਪੁਸ਼ਪ ਜਦੋਂ ਗੁਰੂ ਗ੍ਰੰਥ ਸਾਹਿਬ 'ਚ ਆਏਗਾ ਉਹ ਪੁਹਪ ਹੋ ਜਾਵੇਗਾ। ਪੁਹਪ ਮੱਧ ਜਿਉਂ ਬਾਸ ਬਸਤ ਹੈ, ਜਿਵੇਂ ਫੁੱਲ ਦੇ ਵਿੱਚ ਬਾਸ ਖੁਸ਼ਬੂ ਵਸਦੀ ਪਈ ਹੈ। ਭਾਈ ਇਸੇ ਤਰ੍ਹਾਂ ਰੱਬ ਤੇਰੇ ਅੰਦਰ ਬੈਠਾ ਹੈ। ਔਰ ਮੁਕਰ ਮਾਹੇ ਜੈਸੇ ਛਾਈ। ਮੁਕਰ ਕਹਿੰਦੇ ਹਨ ਸ਼ੀਸ਼ੇ ਨੂੰ, ਆਈਨੇ ਨੂੰ, ਦਰਪਣ ਨੂੰ, ਕਿ ਦਰਪਣ ਦੇ ਵਿੱਚ ਜਿਸ ਤਰ੍ਹਾਂ ਅਕਸ ਹੈ, ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜੋ ਭਾਈ। ਮੈਂ ਪੁਹਪ ਵਾਲਾ ਹੀ ਕੇਵਲ ਉਦਾਹਰਣ ਲਿਆ ਹੈ, ਮੁੱਕਰ ਵਾਲਾ ਇਸ ਸਮੇਂ ਵਿਸਥਾਰ ਨਹੀਂ ਕਰ ਰਿਹਾ, ਯਾਦ ਰੱਖਿਓ। ਇਸੇ ਤਰ੍ਹਾਂ ਪ੍ਰਮਾਤਮਾ ਸਾਰਿਆਂ ਦੇ ਅੰਦਰ ਬੈਠਾ ਹੈ ਤੇ ਘਟ ਹੀ ਖੋਜੋ ਭਾਈ। ਉਹਨੂੰ ਆਪਣੇ ਘਟ ਵਿੱਚ ਹੀ, ਆਪਣੇ ਅੰਦਰ ਹੀ ਖੋਜਣ ਦੀ ਕੋਸ਼ਿਸ਼ ਕਰੋ। ਕਿਵੇਂ ਖੋਜਿਆ ਜਾਵੇਗਾ? ਫਿਰ ਬੇਨਤੀ ਕਰਾਂ, ਕੇਵਲ ਰੱਬ ਦਾ ਸਿਮਰਨ, ਗੁਰੂ ਦੇ ਸ਼ਬਦ ਵਿੱਚ ਧਿਆਨ ਜੋੜ ਕੇ ਹੀ ਰੱਬ ਨੂੰ ਜਾਣਿਆ ਜਾ ਸਕਦਾ। ਉਹਦੇ ਨਾਲ ਡੂੰਘੀ ਸਾਂਝ ਪਾਈ ਜਾ ਸਕਦੀ ਹੈ। ਜੋ ਸ਼ਬਦ ਗੁਰੂ ਨੇ ਦੇ ਦਿੱਤਾ, ਬਖਸ਼ ਦਿੱਤਾ, ਜੋ ਨਾਮ ਗੁਰੂ ਨੇ ਬਖਸ਼ ਦਿੱਤਾ, ਉਸ ਨਾਮ ਦਾ ਅਭਿਆਸ ਕਰ ਕਰਕੇ ਹੀ ਤੋ ਦਇਆਲ ਕੋ ਦਰਸ਼ਨ ਕੀਜੈ। ਉਸ ਦਇਆਲ ਦੇ, ਉਸ ਕਿਰਪਾਲ ਦੇ, ਉਸ ਸੋ ਪੁਰਖ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਆਓ ਜਦ ਤੱਕ ਦਰਸ਼ਨ ਨਹੀਂ ਹੋਏ, ਸਾਨੂੰ ਉਹਦੀ ਕਥਾ ਸੁਣੀਏ ਕਿ ਉਹ ਪੁਰਖ ਹੈ ਕੈਸਾ। ਗੁਰੂ ਪਾਤਸ਼ਾਹ ਆਖਦੇ, ਮੈਂ ਪਹਿਲੇ ਸਿਰਲੇਖ ਦੀ ਥੋੜ੍ਹੀ ਜਿਹੀ ਵਿਚਾਰ ਆਪ ਨਾਲ ਰੱਖ ਦੇਵਾਂ। ਰਾਗ ਆਸਾ। ਆਸਾ ਰਾਗ ਜੋ ਇਸੇ ਵੇਲੇ ਦਾ, ਸੁਬਾਹ ਦਾ, ਅੰਮ੍ਰਿਤ ਵੇਲੇ ਦਾ ਰਾਗ ਹੈ। ਆਸਾ ਇਸੇ ਕਰਕੇ ਆਸਾ ਦੀ ਵਾਰ ਅੰਮ੍ਰਿਤ ਵੇਲੇ ਗਾਈ ਜਾਂਦੀ ਹੈ। ਸਾਰੇ ਹੀ ਸ਼ੁੱਧ ਸਵਰ ਇਹਦੇ ਵਿੱਚ ਲੱਗਦੇ ਹਨ। ਜੋ ਸਾਰੇ ਗਾਮਾ ਪਾਧਾ ਨੀ ਸਾ ਅਸੀਂ ਸ਼ੁੱਧ ਰੂਪ 'ਚ ਗਾਉਂਦੇ ਹਨ, ਇਹੀ ਆਸਾ ਰਾਗ ਹੈ। ਮਹੱਲਾ ਚੌਥਾ। ਇਹ ਚੌਥਾ ਮਹੱਲਾ ਭਾਵ ਸਰੀਰ ਹੈ। ਚੌਥਾ ਤੋਂ ਭਾਵ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ। ਸੋ ਪੁਰਖ, ਇਹ ਜੋ ਰਚਨਾ ਅੱਗੇ ਆ ਰਹੀ ਹੈ, ਇਹਦਾ ਨਾਮ ਹੈ ਸੋ ਪੁਰਖ। ਕੁੱਲ 5 ਸ਼ਬਦ ਕਹਿ ਲਵਾਂ ਜਾਂ 5 ਪਦੇ ਕਹਿ ਲਵਾਂ, ਚਲੋ 5 ਪਦੇ ਹਨ ਕੁੱਲ ਇਸ ਸੋ ਪੁਰਖ ਦੇ ਵਿੱਚ। ਇੱਕ ਓੰਕਾਰ ਸਤਿਗੁਰੂ ਪ੍ਰਸਾਦ। ਇਹ ਮੰਗਲ ਦਿੱਤਾ ਹੈ ਕਿ ਅਕਾਲ ਪੁਰਖ ਇੱਕ ਹੈ, ਇੱਕ ਰਸ ਵਿਆਪਕ ਹੈ ਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਇਹ ਸਿਰਲੇਖ ਦਾ ਅਰਥ ਹੈ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗੰਮ ਅਪਾਰਾ। ਸੋ ਪੁਰਖ ਨਿਰੰਜਨ, ਉਹ ਸਰਬ ਵਿਆਪਕ ਪਰਮਾਤਮਾ ਜਿਹੜਾ ਸਾਰੇ ਜੀਵਾਂ ਦੇ ਵਿੱਚ ਵਸਿਆ ਹੋਇਆ ਹੈ, ਬੈਠਿਆ ਤੇ ਸਾਰੇ ਜੀਵਾਂ ਵਿੱਚ ਹੈ, ਇਕਮਿਕ ਤੇ ਸਾਰਿਆਂ ਨਾਲ ਹੈ, ਪਰ ਸਾਰਿਆਂ ਵਿੱਚ ਵਸਦਾ ਹੋਇਆ ਵੀ ਉਹ ਨਿਰੰਜਨ ਹੈ, ਭਾਵ ਮਾਇਆ ਦੀ ਕਾਲਖ, ਮਾਇਆ ਦੇ ਪ੍ਰਭਾਵ ਤੋਂ ਮੁਕਤ ਹੈ। ਹੈ ਸਾਰਿਆਂ ਵਿੱਚ, ਪਰ ਸਾਡੇ ਕੀਤੇ ਹੋਏ ਕਰਮਾਂ ਦਾ ਰੰਚਕ ਮਾਤਰ ਵੀ ਲੇਪ ਉਸ ਰੱਬ ਦੇ ਉੱਤੇ ਨਹੀਂ ਪੈਂਦਾ। ਇਸ ਗੱਲ ਨੂੰ ਮਹਾਂਪੁਰਖਾਂ ਨੇ, ਬੰਦਗੀ ਕਰਨ ਵਾਲਿਆਂ ਨੇ ਸਮਝਾਇਆ ਹੈ। ਭਾਰਤ ਦੇ ਬੜੇ ਵੱਡੇ ਇੱਕ ਕਵੀ ਹੋਏ ਹਨ, ਬੰਗਾਲ ਦੇ ਰਵਿੰਦਰਨਾਥ ਟੈਗੋਰ। ਗਿਆਨੀ ਸੰਤ ਸਿੰਘ ਜੀ ਉਹਨਾਂ ਦੀ ਉਦਾਹਰਣ ਦਿੰਦੇ ਸਨ ਅਕਸਰ
ਕਿ ਬੜੇ ਸਮੇਂ ਤੋਂ ਰਵਿੰਦਰਨਾਥ ਟੈਗੋਰ ਇਹ ਸੋਚ ਰਹੇ ਸਨ ਬਈ ਰੱਬ ਅਗਰ ਸਾਰਿਆਂ ਵਿੱਚ ਹੈ ਔਰ ਨਿਰਲੇਪ ਹੈ ਤੇ ਇਹ ਗੱਲ ਕਿਸੇ ਨੂੰ ਸਮਝਾਣੀ ਹੋਵੇ ਤੇ ਕਿਵੇਂ ਸਮਝਾਵਾਂਗੇ? ਕੋਈ ਉਦਾਹਰਣ ਤੇ ਚਾਹੀਦੀ ਹੈ ਨਾ। ਆਪ ਜਿਵੇਂ ਕਥਾ ਸੁਣਦੇ ਹੋ ਤੇ ਵਿਚਾਰਾਂ ਨੂੰ ਸਮਝਾਉਣ ਲਈ ਕੁਝ ਐਗਜ਼ਾਮਪਲਸ, ਉਦਾਹਰਣਾਂ ਤੁਹਾਨੂੰ ਦਿੱਤੀਆਂ ਜਾਂਦੀਆਂ ਹਨ। ਤੇ ਉਹ ਇਹ ਮਨ ਵਿੱਚ ਸੋਚ ਰਹੇ ਸਨ ਕਿ ਕਿਵੇਂ ਲੋਕਾਂ ਨੂੰ ਇਹ ਦੱਸਿਆ ਜਾਏਗਾ ਕਿ ਜੋ ਅੰਦਰ ਬ੍ਰਹਮ ਬੈਠਾ ਹੈ, ਜੋ ਅੰਦਰ ਪਰਮਾਤਮਾ ਬੈਠਾ ਹੈ, ਉਹ ਸਾਡੇ ਅੰਦਰ ਹੋ ਕੇ ਵੀ ਉਹ ਨਿਰਲੇਪ ਹੈ, ਨਿਰੰਜਨ ਹੈ। ਇਹੀ ਸੁਬਹ ਦਾ ਸਮਾਂ ਸੀ। ਕਹਿੰਦੇ ਉਹ ਸੜਕ ਤੇ ਤੁਰਦੇ ਜਾ ਰਹੇ ਸਨ ਤੇ ਅਚਨਚੇਤ ਦ੍ਰਿਸ਼ਟੀ ਉਹਨਾਂ ਦੀ ਪਈ ਇੱਕ ਫੁੱਲਾਂ ਦਾ ਬਗੀਚਾ ਤੇ ਨਾਲ ਥੋੜੀ ਦੂਰ ਗੰਦਗੀ ਦਾ ਢੇਰ। ਉਹਨਾਂ ਨੇ ਕੀ ਵੇਖਿਆ ਕਿ ਸੂਰਜ ਦੀਆਂ ਕਿਰਨਾਂ ਫੁੱਲਾਂ ਦੇ ਉੱਤੇ ਵੀ ਪੈ ਰਹੀਆਂ ਹਨ ਤੇ ਗੰਦਗੀ ਦੇ ਢੇਰ ਦੇ ਉੱਤੇ ਵੀ ਪੈ ਰਹੀਆਂ ਹਨ। ਰੁਕ ਗਏ ਕਦਮ, ਉੱਥੇ ਸੋਚਣ ਲੱਗ ਪਏ ਤੇ ਇੱਕਦਮ ਅੰਦਰੋਂ ਗਿਆਨ ਹੋ ਗਿਆ ਕਿ ਹੇ ਪ੍ਰਭੂ, ਤੂੰ ਸਾਡੇ ਅੰਦਰ ਕਿਵੇਂ ਬੈਠਾ ਹੈ ਔਰ ਕਿਵੇਂ ਬੈਠ ਕੇ ਵੀ ਨਿਰਲੇਪ ਹੈ। ਜਿਵੇਂ ਫੁੱਲਾਂ ਦੇ ਉੱਤੇ ਪੈਣ ਵਾਲੀਆਂ ਜੋ ਸੂਰਜ ਦੀਆਂ ਕਿਰਨਾਂ ਹਨ, ਉਹਨਾਂ ਵਿੱਚੋਂ ਖੁਸ਼ਬੂ ਨਹੀਂ ਆ ਸਕਦੀ। ਗੰਦਗੀ ਤੇ ਪੈਣ ਵਾਲੀਆਂ ਕਿਰਨਾਂ ਕਦੀ ਗੰਦੀਆਂ ਨਹੀਂ ਹੋ ਸਕਦੀਆਂ। ਇਸੇ ਤਰ੍ਹਾਂ ਤੂੰ ਸਾਡੇ ਅੰਦਰ ਹੈ, ਤੇਰੀ ਜੋਤ ਸਾਡੇ ਅੰਦਰ ਹੈ, ਪਰ ਜਿਵੇਂ ਗੰਦਗੀ ਤੇ ਪੈਣ ਵਾਲੀ ਸੂਰਜ ਦੀ ਕਿਰਨ ਕਦੀ ਗੰਦੀ ਥੋੜੀ ਹੁੰਦੀ ਹੈ। ਉਹ ਪੈ ਕੇ ਵੀ, ਉਹਦੇ ਨਾਲ ਸਪਰਸ਼ ਕਰਕੇ ਵੀ ਕਿਰਨ ਫਿਰ ਸੁੱਚੀ ਹੈ, ਫਿਰ ਨਿਰਲੇਪ ਹੈ। ਇਸੇ ਪ੍ਰਕਾਰ ਪਰਮਾਤਮਾ ਤੂੰ ਸਾਡੇ ਸਾਰਿਆਂ ਦੇ ਵਿੱਚ ਬੈਠਾ ਹੋਇਆ ਵੀ ਨਿਰਲੇਪ ਹੈ। ਇੱਕ ਉਦਾਹਰਣ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਈ ਹੈ। ਉਹ ਇਹ ਹੈ ਕਿ ਰੱਬ ਤੇ ਇੱਕ ਹੈ। ਅਸੀਂ ਇੱਕ ਓੰਕਾਰ ਆਖਦੇ ਹਾਂ, ਇੱਕ ਓੰਕਾਰ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਤੇ ਇੱਕ ਰੱਬ ਸਾਰੇ ਚੀਂਟੀ ਤੇ ਕੁੰਚਰ ਸਥੂਲਾ, ਕੀੜੀ ਤੋਂ ਲੈ ਕੇ ਤੇ ਸਥੂਲ ਹਾਥੀ ਤੱਕ ਸਾਰਿਆਂ ਵਿੱਚ ਉਹਦੀ ਜੋਤ ਇੱਕ ਦੀ। ਇਹ ਗੱਲ ਸਮਝ ਨਹੀਂ ਆਈ ਪਾਤਸ਼ਾਹ। ਇਹਦੇ ਲਈ ਵੀ ਸਤਿਗੁਰੂ ਜੀ ਨੇ ਬਾਣੀ 'ਚ ਇੱਕ ਉਦਾਹਰਣ ਦਿੱਤੀ। ਪਾਤਸ਼ਾਹ ਆਖਦੇ ਕਿ ਕਦੀ ਮਿੱਟੀ ਦੇ ਕੁਝ ਭਾਂਡੇ ਇਕੱਠੇ ਕਰ ਲਵੀਂ, ਵੱਖ-ਵੱਖ ਆਕਾਰ ਦੇ ਘੜੇ ਇਕੱਠੇ ਕਰ ਲਈ ਚੱਲ ਤੂੰ। ਕੋਈ ਛੋਟਾ ਘੜਾ, ਕੋਈ ਵੱਡਾ ਘੜਾ, 10-20 ਘੜੇ ਇਕੱਠੇ ਕਰਕੇ ਸਾਰਿਆਂ ਵਿੱਚ ਪਾਣੀ ਭਰ ਦੇਵੀਂ ਔਰ ਜ਼ਮੀਨ ਤੇ ਰੱਖ ਦੇਵੀਂ। ਤੇ ਜਿਸ ਸਮੇਂ ਦੁਪਹਿਰ ਨੂੰ ਸੂਰਜ ਚੜ੍ਹੇਗਾ ਨਾ, ਸਿਖਰ ਦੇ ਉੱਤੇ ਹੋਵੇਗਾ, ਬਸ ਉਸ ਵੇਲੇ ਇੱਕ ਇੱਕ ਘੜੇ ਦੇ ਵਿੱਚ ਤੂੰ ਸਿਰਫ ਝਾਤ ਮਾਰਨੀ ਹੈ। ਔਰ ਇਹ ਤੂੰ ਨੋਟ ਕਰਨਾ ਹੈ ਕਿ ਕਿਹੜੇ ਘੜੇ ਦੇ ਵਿੱਚ ਤੈਨੂੰ ਸੂਰਜ ਨਜ਼ਰ ਨਹੀਂ ਪਿਆ ਆਉਂਦਾ। ਹੁਣ ਦੇਖਣਾ, ਬੰਦਾ ਜਿਸ ਘੜੇ ਵਿੱਚ ਵੇਖੇਗਾ ਨਾ, ਉਹਨੂੰ ਹਰ ਘੜੇ ਵਿੱਚ ਸੂਰਜ ਦਿਸੇਗਾ। ਔਰ ਗੱਲ ਉੱਥੇ 10-20 ਘੜਿਆਂ ਦੀ ਵੀ ਨਹੀਂ ਕਿ ਕੇਵਲ 10-20 ਘੜੇ ਰੱਖ ਦਿਓ। ਲੱਖਾਂ ਕਰੋੜਾਂ ਘੜੇ ਤੁਸੀਂ ਜ਼ਮੀਨ ਤੇ ਰੱਖ ਦਿਓ ਪਾਣੀ ਦੇ ਨਾਲ ਭਰ ਕੇ, ਤੇ ਹਰ ਘੜੇ ਦੇ ਵਿੱਚ ਜਦੋਂ ਤੁਸੀਂ ਵੇਖੋਗੇ ਤੁਹਾਨੂੰ ਸਿਖਰ ਤੇ ਚੜਿਆ ਹੋਇਆ ਸੂਰਜ ਹਰ ਘੜੇ ਵਿੱਚ ਦਿਸੇਗਾ। ਅਸੀਂ ਘੜੇ ਹਾਂ ਸਾਰੇ, ਰੱਬ ਸੂਰਜ ਦੀ ਨਿਆਈ ਹੈ। ਯਕੀਨ ਜਾਣਨਾ, ਉਹਦੀ ਜੋਤ ਸਾਡੇ ਸਾਰਿਆਂ ਦੇ ਵਿੱਚ ਬਿਲਕੁਲ ਇਸੇ ਤਰ੍ਹਾਂ ਹੀ ਹੈ ਜਿਵੇਂ ਇੱਕ ਸੂਰਜ ਹਰੇਕ ਘੜੇ ਦੇ ਵਿੱਚ ਸਾਨੂੰ ਨਜ਼ਰ ਆ ਰਿਹਾ ਹੈ। ਔਰ ਸਭ ਤੋਂ ਵੱਡੀ ਕਮਾਲ ਦੀ ਗੱਲ ਇਹ ਹੈ, ਤੁਸੀਂ ਕਿਸੇ ਘੜੇ ਨੂੰ ਵੱਟਾ ਮਾਰ ਕੇ ਭੰਨਦੇ ਹੋ, ਉਹਦੇ ਚੋਂ ਪਾਣੀ ਡੁੱਲ ਜਾਏਗਾ, ਘੜਾ ਫੁੱਟ ਜਾਏਗਾ, ਔਰ ਇਹ ਕਿਰਿਆ ਹੁੰਦਿਆਂ ਹੀ ਨਾ ਉਹਦੇ ਚੋਂ ਅੰਦਰ ਜਿਹੜੀ ਤੁਹਾਨੂੰ
परछाई दिस रही सी अंदर, जो अक्ष दिस रहा सी वो अलोप हो जाएगा। यही चीज साडे नाल होंदी है जदों ये घट फुटदा है, जदों अंदरों जीवन समाप्त हो जाता है। जीवन जल, जीवन एक चीज ले लेना जो पानी है घड़ियां विचों, जीवन का सूचक है। ते फिर रब की जोत किथे चली जाती है? महापुरुष आखदे, कहंदे जिस तो आई सी ना उहदे विच ही जाके समा गई। क्योंकि आना जाना भी बेसिकली कुछ है नहीं उस जोत का। अगर आप ध्यान नाल वेखोगे वो तो सर्व व्यापक है। घड़ा बनिया, घड़े विच पानी पिया ते अंदर अक्स नज़र आण लग पिया। ਇਹਦਾ अर्थ ये थोड़ी है जोत किधरे चली गई। वो तो घड़े का आकार बनया, घड़े विच पानी पिया ते उस जोत का प्रतिबिंब उस घड़े विच दिसण लग पिया। घड़ा टुट गया, पानी वग गया, तो जोत गई किधरे भी नहीं। जोत उसे तरह सृष्टि विच विद्यमान है, बस घड़े दे विच दिखनी बंद हो गई, क्योंकि उसकी अवधि समाप्त हो गई, उसका आकार मिट गया। एन समझ लेना जी। तो ये दो उदाहरण समझ लेना, जिन्हां उदाहरणों के नाल असी उस सो पुरख नूं थोड़ा जिहा इस रूप च समझ सकते हाँ बई वो एक है, सारियां विच किवें है और निर्लेप या निरंजन किवें है। कि हज़ारां घड़ियां दे विच एक सूरज का प्रतिबिंब दिसदा है। यह है उहदी सर्व व्यापकता का उदाहरण। और भावें कितनी भी मलीन वस्तु, गंदी वस्तु क्यों ना पई होवे, सूरज दीयां किरणां अगर उहदे उत्ते पैणगियां भी तो सूरज कदी मैला नहीं होएगा, किरणां कदी गंदियां नहीं होणगियां। यह है उहदा निरंजन, निर्लेपता का संकल्प। तो गुरु रामदास साहब आज समझाउंदे, सो पुरख निरंजन हर पुरख निरंजन। वो जिहड़ा प्रभु है, पुरख मीन्स सर्व व्यापक, जो हर शरीर दे विच वसदा पिया है। शरीरां दे विच वसण दे बावजूद भी वो निरंजन है, निर अंजन। अंजन सुरमे नूं वैसे कहंदे हन, कालख दा प्रतीक है। ज्ञान अंजन गुर दिया, ज्ञान दा सुरमा। अंजन, निरअंजन का मतलब है जो काला नहीं है, कालख दे प्रभाव तो परे है। तो रब दे उत्ते माया की कालख नहीं लग सकती, माया का प्रभाव पै ही नहीं सकता। जिवें गंदगी का प्रभाव ना किरणा ते ना सूरज ते पै सकता है, बल्कि सूरज विच इतनी ताकत है कि उस गंदगी के प्रभाव नूं भी वो खत्म कर सकता है। सूरज इतनी ताकत है उन्हां किरणां दे विच, सूरज दे विच। तुसीं ऐ देखना हुण जिवें धुप्पां निकलनियां शुरू होईयां ना, तुसीं की करोगे, अपने घर दे जिहड़े बिस्तर आदि हन अगों सर्दियां विच लैण वालियां रजाइयां उहनूं धुप्पे रखोगे। तुसीं क्यों रखोगे? एक तो सैलाब निकल जाए, जे एक इहदे विच कोई दुर्गंध है वो निकल जाए। इतनी ताकत है सूरज दीयां किरणां दे विच कि दुर्गंध तक नूं सूरज दीयां किरणां खत्म कर सकदियां हन। दुर्गंध का प्रभाव ना किरणां ते ना सूरज उत्ते है, बल्कि उहदा प्रभाव दुर्गंध नूं भी हटा दिंदा है। आम देखना पुराने समयां विच घर दे विच कई बार कणक आदि रखी होंदी सी, अनाज रखिया होंदा सी, तो उहनूं धुप्पे ही रख के फिर लोकी वरत लिया करदे सन। कोई चीज़ जिहड़ी बहुत समय तो पई रह गई, वरती नहीं गई, उन्होंने फिर धुप्पे रख के ते वरत लिया करदा सी बंदा। तो बिल्कुल इसे प्रकार जिहड़ा परमात्मा है, उहदा ओज इतना है, उहदा तेज इतना है, उहदा प्रकाश इतना है कि वह जिथे पवेगा उत्थों दुर्गंध अपने आप निकल जाएगी। प्रकाश इतना है कि जिथे एक भी किरण पै गई परमात्मा दे नाम दी, परमात्मा दी, उत्थों हनेरा मिट जाएगा। इस करके गुरु रामदास साहब जी ने उस रब दे बारे कहा, सो पुरख निरंजन। वो है तो सर्व व्यापक,
ਤੇ ਇਹਦੇ ਨਾਲ ਨਾਲ ਉਹਦੇ ਉੱਤੇ ਮਤ ਸਮਝ ਲੈਣਾ ਮਾਇਆ ਦਾ ਕੋਈ ਪ੍ਰਭਾਵ ਪਿਆ ਹੈ। ਮਾਇਆ ਦੇ ਪ੍ਰਭਾਵ ਤੋਂ ਬਿਲਕੁਲ ਰਹਿਤ ਹੈ। ਹਰ ਪੁਰਖ ਨਿਰੰਜਨ, ਉਹ ਹਰੀ ਪੁਰਖ ਸਰਬ ਵਿਆਪਕ ਹਰੀ ਨਿਰੰਜਨ ਹੈ। ਹੁਣ ਇਹ 2 ਵਾਰ ਕਿਉਂ ਆਇਆ? ਚਾਹੇ ਉਹਦਾ ਸਰਗੁਣ ਰੂਪ ਹੈ ਤੇ ਚਾਹੇ ਉਹਦਾ ਨਿਰਗੁਣ ਰੂਪ ਹੈ, ਦੋਨਾਂ ਰੂਪਾਂ ਦੇ ਵਿੱਚ ਨਿਰਗੁਣ ਰੂਪ 'ਚ ਤੇ ਨਿਰੰਜਨ ਹੈ ਹੀ, ਤੇ ਜੇ ਉਹਦਾ ਸਰਗੁਣ ਰੂਪ ਤੁਸੀਂ ਸਮਝੋਗੇ ਆਕਾਰ ਵਾਲਾ ਰੂਪ, ਤੇ ਮਤ ਸਮਝ ਲੈਣਾ ਕਿਧਰੇ ਉਸ ਰੂਪ ਦੇ ਵਿੱਚ ਜਦੋਂ ਪਰਮਾਤਮਾ ਕੋਈ ਖੇਡ ਵਰਤਾਉਂਦਾ ਹੈ ਤੇ ਤਾਂ ਉਹਦੇ ਉੱਤੇ ਕੋਈ ਕਰਮਾਂ ਦਾ ਲੇਪ ਲੱਗ ਜਾਂਦਾ ਹੈ। ਨਹੀਂ, ਰੱਬ ਦੀ ਗੱਲ ਤੇ ਬਹੁਤ ਪਰੇ ਦੀ ਹੈ। ਰੱਬ ਜਿਹੜੇ ਆਪਣੇ ਜਨ ਭੇਜਦਾ ਹੈ ਨਾ ਸੰਸਾਰ ਵਿੱਚ, ਆਪ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਆਪਣੇ ਜਨ ਵੀ ਜਿਹੜੇ ਭੇਜਦਾ ਹੈ ਸੰਸਾਰ ਵਿੱਚ, ਉਹ ਵੀ ਮੁਕਤ ਹੁੰਦੇ ਹਨ, ਸਭ ਕੁਝ ਕਰਦੇ ਹਨ ਉਹ, ਲੇਕਿਨ ਉਹਨਾਂ ਦੇ ਉੱਤੇ ਮਾਇਆ ਦਾ ਕੋਈ ਪ੍ਰਭਾਵ ਪੈ ਹੀ ਨਹੀਂ ਸਕਦਾ। ਮਾਇਆ ਦਾ ਕੋਈ ਬੰਧਨ ਨਹੀਂ ਹੁੰਦਾ ਉਹਨਾਂ ਦੇ ਉੱਤੇ, ਕਿਉਂਕਿ ਉਹਨਾਂ ਨੂੰ ਮੁਕਤ ਅਵਸਥਾ ਵਿੱਚ ਰੱਬ ਨੇ ਭੇਜਿਆ ਹੁੰਦਾ। ਕਰਮਾਂ ਦੇ ਬੱਧੇ ਸੰਸਾਰ ਵਿੱਚ ਨਹੀਂ ਆਉਂਦੇ। ਯਾਦ ਰੱਖਣਾ, ਕਰਮਾਂ ਦੇ ਬੱਧੇ ਸੰਸਾਰ ਵਿੱਚ ਨਹੀਂ ਆਏ। ਉਹਨਾਂ ਦੀ ਖੇਡ ਤੇ ਕਦੋਂ ਦੀ ਖਤਮ ਹੋ ਚੁੱਕੀ ਸੀ। ਫਿਰ ਕਿਉਂ ਭੇਜਿਆ ਗਿਆ ਉਹਨਾਂ ਨੂੰ ਵਾਪਸ? ਇਸ ਕਰਕੇ ਭੇਜਿਆ ਗਿਆ ਜਿਵੇਂ ਉਹ ਆਪ ਮੁਕਤ ਹੋਏ ਸਨ, ਉਹ ਸੰਸਾਰ ਨੂੰ ਵੀ ਅੱਗੇ ਮੁਕਤ ਕਰਨ, ਅੱਗੇ ਬੰਧਨਾਂ ਤੋਂ ਉਹਨਾਂ ਦੀ ਛੋਟ ਕਰਾ ਦੇਣ, ਉਹਨਾਂ ਦਾ ਛੁਟਕਾਰਾ ਕਰਾ ਦੇਣ। ਤਾਂ ਪਾਤਸ਼ਾਹ ਕਹਿੰਦੇ ਨਾਨਕ ਤਿਸ ਜਨ ਕੋ ਸਦਾ ਨਮਸਕਾਰ, ਕਿ ਐਸੇ ਜਨ ਨੂੰ ਸਦਾ ਨਮਸਕਾਰ ਕਰਨੀ ਚਾਹੀਦੀ ਹੈ। ਤੇ ਜਿਹੜਾ ਆਇਆ ਹੈ ਅਗਰ ਉਹੀ ਮੁਕਤ ਹੈ ਤੇ ਜਿਹਨੇ ਭੇਜਿਆ ਹੈ ਉਹ ਫਿਰ ਬੰਧਨ ਵਿੱਚ ਕਿਵੇਂ ਪੈ ਸਕਦਾ ਹੈ? ਇਸ ਕਰਕੇ ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਭਾਵੇਂ ਉਹਦਾ ਸਰਗੁਣ ਰੂਪ ਹੈ ਤੇ ਭਾਵੇਂ ਉਹਦਾ ਨਿਰਗੁਣ ਰੂਪ ਹੈ। ਗੁਰੂ ਪਾਤਸ਼ਾਹ ਕਹਿੰਦੇ ਦੋਨਾਂ ਰੂਪਾਂ ਦੇ ਵਿੱਚ ਉਹ ਪੁਰਖ ਵੀ ਹੈ, ਸਰਬ ਵਿਆਪਕ ਵੀ ਹੈ ਤੇ ਨਿਰੰਜਨ ਵੀ ਹੈ, ਮਾਇਆ ਦੇ ਪ੍ਰਭਾਵ ਤੋਂ ਰਹਿਤ ਵੀ ਹੈ। ਹਰ ਅਗੰਮਾ ਅਗੰਮ ਅਪਾਰਾ, ਅਗੰਮਾ ਅਗੰਮ, ਇਹਨੂੰ ਅਗਮਾ ਅਗਮ ਨਹੀਂ ਪੜ੍ਹਨਾ, ਅਗੰਮਾ। ਐੜੇ ਨੂੰ ਥੋੜ੍ਹਾ ਜਿਹਾ ਤੁਸੀਂ ਧਿਆਨ ਨਾਲ ਸੁਣਿਆ ਹੋਏਗਾ, ਜਿਵੇਂ ਮੈਂ ਪਾਠ ਕੀਤਾ ਹੈ। ਅਸੀਂ ਅਗਮਾ ਪੜ੍ਹ ਜਾਂਦੇ ਹਾਂ, ਅਗਮਾ ਸ਼ਬਦ ਨਹੀਂ ਹੈ ਕੋਈ, ਥੋੜ੍ਹਾ ਜਿਹਾ ਅਗੰਮਾ ਵਿਲੋਮ ਬਣਾਉਣਾ ਹੈ। ਜਿਵੇਂ ਅਰੂਪ ਹੈ, ਅਨੂਪ ਹੈ, ਇਹ ਵਿਲੋਮ ਹਨ ਸਾਰੇ ਸ਼ਬਦ। ਜਦੋਂ ਐੜਾ ਲੱਗ ਜਾਂਦਾ ਹੈ ਨਾ ਕਿਸੇ ਵੀ ਸ਼ਬਦ ਦੇ ਅਰੰਭਤਾ ਦੇ ਵਿੱਚ, ਤੇ ਉਹ ਉਸਨੂੰ ਉਹਦਾ ਇੱਕ ਤਰੀਕੇ ਦੇ ਨਾਲ ਵਿਪਰੀਤ ਅਰਥ ਦਿੰਦਾ ਹੈ। ਜਿਵੇਂ ਸਫਲ, ਐੜਾ ਲਾ ਦਿਓ, ਕੀ ਬਣ ਗਿਆ ਜੀ? ਅਸਫਲ। ਹੁਣ ਸਫਲ ਦੇ ਅਰਥ ਕੀ ਹਨ? ਜਿਹੜਾ ਕਾਮਯਾਬ ਹੈ। ਪਰ ਅਸਫਲ ਜੇ ਇੱਕ ਐੜਾ ਲੱਗ ਗਿਆ ਤੇ ਜਿਹੜਾ ਕਾਮਯਾਬ ਨਹੀਂ ਹੈ। ਔਰ ਮਜ਼ੇ ਦੀ ਗੱਲ ਇਹ ਹੈ, ਪੂਰਾ ਜਾਪ ਸਾਹਿਬਾ ਪੜ੍ਹ ਕੇ ਵੇਖਣਾ, ਸਤਿਗੁਰੂ ਜੀ ਨੇ ਬਹੁਤੇ ਜਿਹੜੇ ਉਸ ਰੱਬ ਦੇ ਨਾਮ ਹਨ ਨਾ, ਜੋ ਅਸੀਂ ਲੋਕਾਂ ਦੀਆਂ ਕਮੀਆਂ ਹਨ, ਸਾਡੇ ਲੋਕਾਂ ਦੀਆਂ, ਜਾਂ ਜਿਨ੍ਹਾਂ ਕਰਕੇ ਅਸੀਂ ਬੰਧਨਾਂ ਵਿੱਚ ਪਏ ਹਾਂ। ਅਸੀਂ ਰੂਪ ਦੇ ਬੰਧਨ 'ਚ ਹਾਂ, ਰੰਗ ਦੇ ਬੰਧਨ 'ਚ ਹਾਂ, ਕੁਲ ਦੇ ਬੰਧਨ 'ਚ ਹਾਂ, ਜਾਤ ਦੇ ਬੰਧਨ 'ਚ ਹਾਂ, ਜਨਮ ਦੇ ਬੰਧਨ ਵਿੱਚ ਹਾਂ। ਗੁਰੂ ਪਾਤਸ਼ਾਹ ਜੀ ਨੇ ਸਾਰਿਆਂ ਦੇ ਅੱਗੇ ਐੜਾ ਲਾ ਦਿੱਤਾ, ਅਜਾਤ ਹੈ, ਫਿਰ ਅਨਾਮ ਹੈ, ਅਕਾਮ ਹੈ। ਇਸੇ ਪ੍ਰਕਾਰ ਅਸੀਂ ਕਰਮਾਂ ਦੇ ਬੰਧਨ ਵਿੱਚ ਹਾਂ, ਅਕਰਮ ਹੈ, ਐੜਾ ਲਾ ਦਿੱਤਾ। ਮਤਲਬ ਜੋ ਬੰਦਸ਼ਾਂ ਸਾਡੇ ਉੱਤੇ ਹਨ, ਜਿਹੜੇ ਬੰਧਨਾਂ ਵਿੱਚ ਅਸੀਂ ਹਾਂ, ਸਿਰਫ ਉਹਨਾਂ ਦੇ ਅੱਗੇ ਐੜਾ ਲਾ ਕੇ ਸਤਿਗੁਰੂ ਨੇ ਕਿਹਾ ਤੂੰ ਅਗਰ ਇਹਨਾਂ ਬੰਧਨਾਂ ਵਿੱਚ ਹੈ ਤੇ ਰੱਬ ਇਹਨਾਂ ਬੰਧਨਾਂ ਤੋਂ ਮੁਕਤ ਹੈ ਬਿਲਕੁਲ। ਉਮੀਦ ਹੈ ਆਪ ਸਮਝ ਰਹੇ ਹੋਵੋਗੇ। ਅਸੀਂ ਕਾਲ ਵਿੱਚ ਹਾਂ, ਰੱਬ ਨੂੰ ਅਕਾਲ ਕਿਹਾ ਗਿਆ ਹੈ। ਅਕਾਲ ਵਿੱਚ ਆਇਆ ਕਾਲ ਹੀ ਹੈ, ਲੇਕਿਨ ਐੜੇ ਨੇ ਉਹਦਾ ਸਾਰਾ ਰੂਪ ਬਦਲ ਦਿੱਤਾ, ਅਰਥ ਹੀ ਪੂਰਾ ਪਲਟਾ ਦਿੱਤਾ। ਇਸੇ ਪ੍ਰਕਾਰ ਜੋ ਗਮ ਹੈ, ਗਮ ਗਮਨ, ਚੱਲਣਾ, ਪਹੁੰਚ, ਔਰ ਅਸੀਂ ਆਖਦੇ ਹਾਂ ਮੇਰੀ ਉੱਥੇ ਤੱਕ ਪਹੁੰਚ ਹੈ। ਔਰ ਯਾਦ ਰੱਖਣਾ, ਇਸ ਪਹੁੰਚ ਦੇ ਕਈ ਰੂਪ ਹੁੰਦੇ ਹਨ। ਕਈ ਵਾਰ ਮਨੁੱਖ ਇਹਨਾਂ ਪੈਰਾਂ ਦੇ ਨਾਲ ਕਿਧਰੇ ਪਹੁੰਚ ਕਰ ਦਿੰਦਾ ਹੈ,
ਕਈ ਵਾਰ ਮਨੁੱਖ ਐਸੇ ਯਾਨ ਬਣਾ ਲੈਂਦਾ ਹੈ, ਜਿਵੇਂ ਹੁਣ ਚੰਦਰਮਾ ਤੱਕ ਭਾਰਤ ਪਹੁੰਚ ਗਿਆ, ਯਾਨ ਦੇ ਰਾਹੀਂ ਤੇ ਪਹੁੰਚਿਆ ਨਾ। ਇੱਕ ਪਹੁੰਚ ਹੈ ਜੀ ਕਿਸੇ ਪਦਵੀ ਤੇ ਬੈਠੇ ਵਾਲੇ ਤੱਕ ਪਹੁੰਚ ਹੋ ਜਾਣੀ, ਇੱਕ ਪਹੁੰਚ ਹੈ ਬੌਧਿਕ ਪਹੁੰਚ, ਮੇਰੀ ਬੁੱਧੀ ਕਿੱਥੇ ਤੱਕ ਪਹੁੰਚੀ। ਇੱਕ ਹੈ ਸੋਚ ਦੀ ਪਹੁੰਚ, ਕਿੱਥੇ ਤੱਕ ਸੋਚ, ਔਰ ਸੋਚ ਬੜੀ ਦੂਰ ਤੱਕ ਜਾਂਦੀ ਹੈ ਬੰਦੇ ਦੀ। ਯਾਦ ਰੱਖਣਾ, ਜਿੱਥੇ ਤੱਕ ਬੰਦਾ ਆਪ ਨਹੀਂ ਗਿਆ ਨਾ, ਉਸ ਤੋਂ ਵੀ ਅੱਗੇ ਬੰਦੇ ਦੀ ਸੋਚ ਚਲੀ ਜਾਂਦੀ ਹੈ। ਪਰ ਸਤਿਗੁਰੂ ਕਹਿੰਦੇ ਤੂੰ ਜਿੱਥੇ ਤੱਕ ਸੋਚ ਸਕਦਾ ਹੈ ਨਾ, ਤੇਰੀ ਸੋਚ ਜਿੱਥੇ ਖਤਮ ਹੋਏਗੀ ਜਾ ਕੇ, ਥੱਕ ਜਾਏਗੀ ਜਾ ਕੇ, ਹਾਰ ਜਾਏਗੀ ਜਾ ਕੇ, ਬਹਿ ਜਾਏਗੀ ਜਾ ਕੇ, ਰੱਬ ਦੀ ਗੱਲ ਤੇ ਉੱਥੋਂ ਸ਼ੁਰੂ ਹੋਏਗੀ। ਇਸ ਕਰਕੇ ਉਹਨੂੰ ਕਿਹਾ ਗਿਆ ਅਗੰਮਾ। ਜਿਸ ਤੱਕ ਸਾਡਾ ਗਮਨ ਨਾ ਹੋ ਸਕੇ, ਜਿਸ ਤੱਕ ਸਾਡੀ ਪਹੁੰਚ ਨਾ ਹੋ ਸਕੇ, ਇਸ ਕਰਕੇ ਹਰ ਅਗੰਮਾ ਅਗੰਮ। ਪਰਮਾਤਮਾ ਅਪਹੁੰਚ ਹੈ। ਅਗੰਮਾ ਅਗੰਮ ਮੀਨਸ ਪਰਮਾਤਮਾ ਅਪਹੁੰਚ ਹੈ, ਸਾਡੀ ਪਹੁੰਚ ਨਹੀਂ ਹੋ ਸਕਦੀ ਉਸ ਤੱਕ। ਔਰ ਅਪਾਰਾ ਮਤਲਬ ਬੇਅੰਤ ਹੈ ਉਹ ਪਰਮਾਤਮਾ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਅਸਮਾ ਹੋ ਗਿਆ ਹੈ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਅਦਬ ਸਤਕਾਰ ਪ੍ਰੇਮ ਭਾਵਨਾ ਸਹਿਤ ਗੁਰੂ ਬਖਸ਼ੀ ਫਤਿਹ ਦੀ ਪਾਵੋ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।